ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। H1B ਵੀਜ਼ਾ, ਸਸਤੀ ਵਿਦੇਸ਼ੀ ਲੇਬਰ ਦੇ ਲਾਲਚ ਵਿਰੁੱਧ ਬਿੱਲ ਪੇਸ਼। US ਕੈਪੀਟਲ ਤੇ ਇੱਕ ਵਾਰ ਫਿਰ ਹਮਲੇ ਦੀ ਸੰਭਾਵਨਾ ਕਾਰਨ ਰਿਹਾ ਹਾਈ ਅਲਰਟ। ਬਾਈਡੇਨ ਪ੍ਰਸ਼ਾਸਨ ਵਿੱਚ ਸਾਂਸਦ ਪ੍ਰਮਿਲਾ ਜੈਮਪਾਲ ਨੂੰ ਮਿਲਿਆ ਮਹੱਤਵਪੂਰਨ ਅਹੁਦਾ। ਕੈਲੀਫੋਰਨੀਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਸ਼ੱਕੀ ਵਿਅਕਤੀਆਂ ਚੋਂ 13 ਦੀ ਹੋਈ ਸੜਕ ਹਾਦਸੇ ਵਿੱਚ ਮੌਤ। ਅਮਰੀਕਾ ਵਿੱਚ ਟਰੱਕ ਡਰਾਈਵਰ 41 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਕਰਦਿਆਂ ਗ੍ਰਿਫਤਾਰ। ਖਮਾਣੋਂ ਦੇ ਹਰਜਿੰਦਰ ਸਿੰਘ ਦੀ ਕੈਨੇਡਾ ਵਿੱਚ ਮੌਤ। ਟੈਨੇਸੀ ਵਿੱਚ ਆਪਰੇਸ਼ਨ ਵਲੰਟੀਅਰ ਸਟਰੋਂਗ ਤਹਿਤ ਬਰਾਮਦ ਕੀਤੇ ਲਾਪਤਾ ਹੋਏ 150 ਬੱਚੇ। ਇਰਾਕ ਵਿੱਚ 에ਅਰਵੇਸ ਹਮਲੇ ਤੇ ਅਮਰੀਕਾ ਸਖਤ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ। ਕਮਿਊਨਿਟੀ ਦੇ ਥੰਮ ਸਤਨਾਮ ਸਿੰਘ ਦਾ ਗੋਲੀ ਮਾਰ ਕੇ ਕਤਲ। NRIs ਨੂੰ ਦੋਹਰੇ ਟੈਕਸਾਂ ਤੋਂ ਮਿਲੀ ਵੱਡੀ ਰਾਹਤ, ਸਰਕਾਰ ਨੇ ਲਿਆ ਅਹਿਮ ਫੈਸਲਾ। ਨਿਊਜ਼ੀਲੈਂਡ ਦੇ ਉੱਤਰੀ ਟਾਪੂ ਅਤੇ ਨਾਲ ਲੱਗਦੇ ਟਾਪੂਆਂ ਨੂੰ ਭੂਚਾਲ ਬਾਅਦ ਬਣਿਆ ਰਿਹਾ ਸੁਨਾਮੀ ਦਾ ਖਤਰਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੌਹਾਨ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਬਾਹਰ ਪੁੱਤ ਕੀਤਾ ਸਥਾਪਤ। ਐਂਕਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੌਹਾਨ, ਜਿਸ ਨੂੰ ਕਬੱਡੀ ਦਾ ਜਹਾਜ਼ ਕਿਹਾ ਜਾਂਦਾ ਸੀ, ਜਿਸ ਨੇ ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਕਬੱਡੀ ਦਾ ਨਾਂ ਪੂਰੀ ਦੁਨੀਆ 'ਚ ਚਮਕਾਇਆ। ਬ੍ਰਿਟੇਨ ਵਿੱਚ ਕੋਵਿਡ-19 ਦੇ ਨਿਊ ਸਟ੍ਰੇਨ ਦਿਖਣ ਕਾਰਨ ਤੇਜ਼ੀ ਨਾਲ ਵੱਧ ਸਕਦੇ ਨੇ ਕਰੋਨਾ ਕੇਸ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਤਿੰਨ ਰਿਪਬਲਿਕਨ ਅਮਰੀਕੀ ਕਾਨੂੰਨ ਘੜਿਆਂ ਨੇ H1B ਵੀਜ਼ਾ ਦੇ ਨਾਂ ਤੇ ਸਸਤੀ ਵਿਦੇਸ਼ੀ ਲੇਬਰ ਦੇ ਲਾਲਚ ਨੂੰ ਖਤਮ ਕਰਨ ਲਈ ਇੱਕ ਬਿੱਲ ਪ੍ਰਤੀਨਿਧ ਸਦਨ ਵਿੱਚ ਪੇਸ਼ ਕੀਤਾ ਹੈ। ਬਿੱਲ ਵਿੱਚ ਅਮਰੀਕੀ ਰੁਜ਼ਗਾਰਦਾਤਿਆਂ, ਜਿਨ੍ਹਾਂ ਹਾਲ ਹੀ ਵਿੱਚ ਅਮਰੀਕਾ ਕਾਮਿਆਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਜਾਂ ਫਿਰ ਅਜਿਹਾ ਕੋਈ ਵਿਚਾਰ ਕਰ ਰਹੇ ਨੇ, ਵੱਲੋਂ H1B ਵੀਜ਼ੇ ਤਹਿਤ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦੀ ਕੀਤੀ ਪੇਸ਼ਕਸ਼ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ H1B ਵੀਜ਼ੇ ਹਾਸਲ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ 'ਚ ਹੁਨਰਮੰਦ ਭਾਰਤੀ ਪੇਸ਼ੇਵਰ ਸ਼ਾਮਲ ਨੇ। ਬਿੱਲ ਵਿੱਚ ਅਮਰੀਕੀ ਕਾਮਿਆਂ ਦੇ ਮੁਕਾਬਲੇ H1B ਧਾਰਕ ਕਾਮਿਆਂ ਨੂੰ ਵਧੇਰੇ ਅਦਾਇਗੀ ਕੀਤੇ ਜਾਣ ਦੀ ਗੱਲ ਵੀ ਸ਼ਾਮਲ ਹੈ। ਰਿਪਬਲਿਕਨ ਪਾਰਟੀ ਦੇ ਮੈਂਬਰ ਮੋ ਬਰੂਕਸ, ਮੈਟ ਗਾਇਟਸ ਤੇ ਲਾਂਸ ਕੂਡਨ ਵੱਲੋਂ ਪੇਸ਼ ਅਮਰੀਕੀਆਂ ਨੂੰ ਨੌਕਰੀਆਂ ਪਹਿਲਾਂ ਐਕਟ ਵਿੱਚ H1B ਵੀਜ਼ਾ ਪ੍ਰੋਗਰਾਮ ਦੇ ਮੁਕੰਮਲ ਕਾਇਆਕਲਪ ਦੀ ਤਜਵੀਜ਼ ਰੱਖਦਿਆਂ ਇਮੀਗ੍ਰੇਸ਼ਨ ਤੇ ਕੌਮੀ ਐਕਟ 'ਚ ਲੋੜੀਂਦੀਆਂ ਤਬਦੀਲੀਆਂ ਦੀ ਵਕਾਲਤ ਕੀਤੀ ਹੈ। H1B ਵੀਜ਼ਾ, ਜਿਸ ਦੀ ਭਾਰਤੀ IT ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗ ਰਹਿੰਦੀ ਹੈ, ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਅਜਿਹੇ ਅਹੁਦਿਆਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਰੱਖਣ ਦਾ ਇਖਤਿਆਰ ਦਿੰਦਾ ਹੈ ਜਿਨ੍ਹਾਂ ਲਈ ਤਕਨੀਕੀ ਵਿਸ਼ੇਸ਼ਤਾ ਦੀ ਲੋੜ ਹੈ। IT ਕੰਪਨੀਆਂ ਵਿੱਚ ਇਸ ਵੀਜ਼ਾ ਪ੍ਰਣਾਲੀ ਦੇ ਆਧਾਰ ਤੇ ਹਰ ਸਾਲ ਭਾਰਤ ਤੇ ਚੀਨ ਜਿਹੇ ਮੁਲਕਾਂ ਤੋਂ ਹਜ਼ਾਰਾਂ ਕਾਮਿਆਂ ਨੂੰ ਭਰਤੀ ਕਰਦੀਆਂ ਨੇ। ਪ੍ਰਤੀਨਿਧ ਸਦਨ ਵਿੱਚ ਪੇਸ਼ ਇਸ ਨਵੇਂ ਬਿੱਲ ਦੇ ਖਰੜੇ ਮੁਤਾਬਕ ਕਿਸੇ ਵਿਦੇਸ਼ੀ ਮਹਿਮਾਨ ਕਰਮੀ ਨੂੰ ਉਦੋਂ ਤੱਕ H1B ਗੈਰ ਪ੍ਰਵਾਸੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਰੁਜ਼ਗਾਰਦਾਤਾ ਕਿਰਤ ਮੰਤਰੀ ਅੱਗੇ ਇਹ ਅਪੀਲ ਨਹੀਂ ਕਰਦਾ ਉਹ H1B ਗੈਰ ਪ੍ਰਵਾਸੀ ਨੂੰ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ਤੇ ਪੱਕੇ ਨਾਗਰਿਕ ਕਾਮੇ ਨੂੰ ਦਿੱਤੇ ਜਾਣ ਵਾਲੀ ਸਾਲਾਨਾ ਤਨਖਾਹ ਤੋਂ ਵੱਧ ਸਾਲਾਨਾ ਮਿਹਨਤਾਨੇ ਦੀ ਪੇਸ਼ਕਸ਼ ਕਰ ਰਿਹਾ ਹੈ। ਬਰੁਕਸ ਨੇ ਕਿਹਾ ਕਿ ਅਮਰੀਕੀਆਂ ਨੂੰ ਨੌਕਰੀਆਂ ਪਹਿਲਾਂ ਐਕਟ ਲੋੜੀਂਦੇ ਸੁਧਾਰ ਲਿਆਏਗਾ ਤੇ H1B ਵੀਜ਼ਾ ਪ੍ਰੋਗਰਾਮ ਦੇ ਨਜ਼ਰਸਾਨੀ ਕਰਦਿਆਂ ਇਹ ਯਕੀਨ ਕਰੇਗਾ ਕਿ ਅਮਰੀਕੀ ਕਾਮਿਆਂ ਨੂੰ ਆਪਣੇ ਹੀ ਮੁਲਕ ਵਿੱਚ ਨੁਕਸਾਨ ਨਾ ਝੱਲਣਾ ਪਏ। ਉਨ੍ਹਾਂ ਕਿਹਾ ਕਿ ਘੱਟ ਮਿਹਨਤਾਨੇ ਤੇ ਵਿਦੇਸ਼ੀ ਕਾਮਿਆਂ ਦੇ ਉਪਲਬਧ ਹੋਣ ਦੇ ਲਾਲਚ ਨੂੰ ਖਤਮ ਕਰਨ ਲਈ ਬਿੱਲ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਰੁਜ਼ਗਾਰਦਾਤਾ ਨੂੰ ਕਿਸੇ ਵੀ H1B ਕਾਮੇ ਨੂੰ ਘੱਟੋ-ਘੱਟ $1.10 ਲੱਖ ਦੀ ਅਦਾਇਗੀ ਕਰਨੀ ਹੋਵੇਗੀ। ਬਿੱਲ ਵਿੱਚ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਨੇ। ਅਮਰੀਕਾ ਵਿੱਚ ਇੱਕ ਵਾਰ ਫਿਰ ਕੈਪੀਟਲ ਤੇ ਫਿਰ ਤੋਂ ਹਮਲੇ ਨੂੰ ਲੈ ਕੇ ਦਿੱਤੀ ਚੇਤਾਵਨੀ ਕਾਰਨ ਹਾਈ ਅਲਰਟ ਰਿਹਾ। ਚੇਤਾਵਨੀ ਵਿੱਚ ਕਿਹਾ ਗਿਆ ਸੀ ਕਿ 4 ਮਾਰਚ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਵਾਰ ਫਿਰ ਇਸ ਇਤਿਹਾਸਕ ਇਮਾਰਤ ਤੇ ਹਮਲਾ ਕੀਤਾ ਜਾ ਸਕਦਾ ਹੈ। ਇਸ ਚੇਤਾਵਨੀ ਤੋਂ ਬਾਅਦ ਇੱਥੇ ਸੁਰੱਖਿਆ ਦਾ ਸਖਤ ਪ੍ਰਬੰਧ ਕੀਤਾ ਗਿਆ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇੱਕ ਟੀਵੀ ਚੈਨਲ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਜਿਸ ਅਨੁਸਾਰ FBI ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਕੈਪੀਟਲ ਹਿੱਲ ਉੱਪਰ ਸੰਭਾਵੀ ਹਮਲੇ ਦੇ ਖਤਰੇ ਨੂੰ ਵੇਖਦਿਆਂ ਪ੍ਰਤੀਨਿਧ ਸਦਨ ਦਾ 4 ਮਾਰਚ ਨੂੰ ਹੋਣ ਵਾਲਾ ਇਜਲਾਸ ਰੱਦ ਕਰ ਦਿੱਤਾ ਗਿਆ। US ਸਟੇਟ ਕੈਪੀਟਲ ਪੁਲਿਸ ਕਿਹਾ ਕਿ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਅਣਪਛਾਤੇ ਮਿਲੀਸ਼ੀਆ ਗਰੁੱਪ ਵੱਲੋਂ ਕੈਪੀਟਲ ਹਿੱਲ ਉੱਪਰ ਹਮਲੇ ਦੀ ਸੰਭਾਵੀ ਸਾਜ਼ਿਸ਼ ਬਣਾਈ ਗਈ ਹੈ।
इस ग्रुप ने दावा किया है कि डोनाल्ड ट्रंप 4 मार्च ਨੂੰ देश के राष्ट्रपति बन जाएंगे। पुलिस अनुसार राजधानी ਵਿੱਚ सुरक्षा मजबूत कर दी गई है। सुरक्षा जवानों की गिणती ਵਧਾਉਣ ਤੋਂ ਇਲਾਵਾ ਰੋਕਾਂ ਵੀ ਖੜੀਆਂ ਕੀਤੀਆਂ ਗਈਆਂ ਨੇ। ਸੰਸਦ ਮੈਂਬਰਾਂ ਦੀ ਸੁਰੱਖਿਆ ਨੂੰ जोखम ਵਿੱਚ ਪਾਉਣ ਤੋਂ ਬਚਾਉਣ ਲਈ ਰਹਿੰਦੇ ਮਾਮਲਿਆਂ ਉੱਪਰ ਵੋਟਿੰਗ ਅੱਗੇ ਪਾ ਦਿੱਤੀ ਗਈ ਹੈ। ਕੈਪੀਟਲ ਪੁਲਿਸ ਮੁਖੀ ਯੋਗਾਨੰਦਾ ਪਿਟਮੈਨ ਨੇ ਸੰਸਦ ਮੈਂਬਰਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੰਦਿਆਂ ਕਿਹਾ ਕਿ 6 ਜਨਵਰੀ ਵਰਗੀ ਘਟਨਾ ਮੁੜ ਕਦੇ ਨਹੀਂ ਵਾਪਰੇਗੀ। ਅਮਰੀਕਾ ਵਿੱਚ ਬਾਈਡਨ ਪ੍ਰਸ਼ਾਸਨ ਦੇ ਸੱਤਾ ਵਿੱਚ ਆਉਣ ਮਗਰੋਂ ਕਈ ਭਾਰਤੀਆਂ ਨੂੰ ਵੱਡੇ ਅਹੁਦੇ ਤੇ ਨਿਯੁਕਤ ਕੀਤਾ ਗਿਆ। ਹੁਣ ਇਸ ਸੂਚੀ ਵਿੱਚ ਭਾਰਤੀ ਅਮਰੀਕੀ ਕਾਂਗਰੈਸਨਲ ਪ੍ਰਮਿਲਾ ਜੈਪਾਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਭਾਰਤੀ ਮੂਲ ਦੀ ਸਾਂਸਦ ਪ੍ਰਮਿਲਾ ਜੈਪਾਲ ਨੂੰ ਏਕਾਧਿਕਾਰ ਵਪਾਰ ਵਿਰੋਧੀ ਵਪਾਰਕ ਅਤੇ ਪ੍ਰਬੰਧਕੀ ਕਾਨੂੰਨ ਤੇ ਸੰਸਦ ਦੀ ਉਪ ਕਮੇਟੀ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ। ਚੇਨਈ ਵਿੱਚ ਪੈਦਾ ਹੋਈ ਜੈਪਾਲ ਏਕਾਧਿਕਾਰ ਵਪਾਰ ਵਿਰੋਧੀ ਕਾਰਵਾਈ, ਮੁਕਾਬਲੇਬਾਜ਼ੀ ਵਿਰੋਧੀ ਫੈਸਲਿਆਂ ਤੇ ਕੰਟਰੋਲ, ਏਕਾਧਿਕਾਰ ਜਮਾਉਣ ਵਾਲੇ ਰੁਝਾਨਾਂ ਨੂੰ ਰੋਕਣ ਅਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਨਾਲ ਜੁੜੇ ਉਪ ਕਮੇਟੀ ਦੇ ਲੋੜੀਂਦੇ ਕੰਮਾਂ ਨੂੰ ਦੇਖੇਗੀ। ਉਹ ਮੁਕਤ ਪ੍ਰੈਸ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਨਵੀਨਤਾ ਨਾਲ ਜੁੜੇ ਕੰਮਾਂ ਨੂੰ ਵੀ ਦੇਖੇਗੀ। ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਜੈਪਾਲ ਪ੍ਰਤੀਨਿਧੀ ਸਭਾ ਵਿੱਚ ਇਕਲੌਤੀ ਭਾਰਤੀ ਮੂਲ ਦੀ ਮੈਂਬਰ ਹੈ। ਉਹਨਾਂ ਨੇ ਅਮਰੀਕਾ ਵਿੱਚ ਕਈ ਦਹਾਕਿਆਂ ਵਿੱਚ ਸਾਹਮਣੇ ਆਏ ਪਹਿਲੇ ਏਕਾਧਿਕਾਰ ਵਪਾਰ ਵਿਰੋਧੀ ਮਾਮਲੇ ਦੀ ਜਾਂਚ ਵਿੱਚ ਹਾਲ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਪ੍ਰਮਿਲਾ ਦਾ ਜਨਮ 1966 ਵਿੱਚ ਉਸ ਸਮੇਂ ਮਦਰਾਸ ਵਿੱਚ ਹੋਇਆ ਸੀ। ਉਹਨਾਂ ਦਾ ਜ਼ਿਆਦਾਤਰ ਸਮਾਂ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਬੀਤਿਆ। 1982 ਵਿੱਚ ਜਦੋਂ 16 ਸਾਲਾਂ ਦੀ ਸੀ ਤਾਂ ਉਦੋਂ ਅਮਰੀਕਾ ਆ ਗਈ। ਬੁਸ਼ ਪ੍ਰਸ਼ਾਸਨ ਦੌਰਾਨ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਹਨਾਂ ਨੇ ਦੇਸ਼ ਭਰ ਵਿੱਚ ਫੈਲੇ ਕਰੀਬ 4000 ਸੋਮਾਲੀਆ ਦੇ ਲੋਕਾਂ ਨੂੰ ਸੁਰੱਖਿਅਤ ਵਾਪਸ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਸੀ। ਇੱਥੇ ਦੱਸ ਦਈਏ ਕਿ 2020 ਵਿੱਚ ਹੋਈਆਂ ਚੋਣਾਂ ਵਿੱਚ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਸਾਰੇ 4 ਭਾਰਤੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਇਹਨਾਂ ਵਿੱਚ ਡਾਕਟਰ ਐਮੀ ਵੇਰਾ, ਪ੍ਰੈਮਿਲਾ ਜੈਪਾਲ, ਰੋਕ ਖੰਨਾ ਅਤੇ ਰਾਜਾ ਕ੍ਰਿਸ਼ਨਮੂਰਤੀ ਸ਼ਾਮਲ ਸਨ। ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਮੰਗਲਵਾਰ ਦੇ ਦਿਨ ਇੱਕ SUV ਅਤੇ ਛੋਟੇ ਟਰੱਕ ਵਿੱਚ ਹੋਈ ਟੱਕਰ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਸੰਬੰਧੀ ਕਸਟਮਜ਼ ਅਤੇ ਬਾਰਡਰ ਕੰਟਰੋਲ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਹੋਈ ਇਸ ਘਟਨਾ ਵਿੱਚ ਮਾਰੇ ਗਏ 13 ਲੋਕਾਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦਾ ਸ਼ੱਕ ਹੈ, ਕਿਉਂਕਿ ਅਧਿਕਾਰੀਆਂ ਅਨੁਸਾਰ ਉਸ ਦਿਨ US ਮੈਕਸੀਕੋ ਸਰਹੱਦ ਤੇ ਸੰਭਾਵਤ ਮਨੁੱਖੀ ਤਸਕਰੀ ਦੀ ਕੋਸ਼ਿਸ਼ ਵਿੱਚ ਸਰਹੱਦੀ ਬਾੜ ਦੀ ਵੀ ਭੰਨਤੋੜ ਕੀਤੀ ਗਈ ਸੀ। ਸਰਹੱਦੀ ਗਸ਼ਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਤਕਰੀਬਨ 10 ਫੁੱਟ ਸਰਹੱਦੀ ਬਾੜ ਦੀ ਭੰਨਤੋੜ ਦੀ ਜਾਣਕਾਰੀ ਮੰਗਲਵਾਰ ਸਵੇਰੇ ਮਿਲੀ ਸੀ, ਜਿਸ ਦੀ ਇੱਕ ਨਿਗਰਾਨੀ ਵੀਡੀਓ ਦੀ ਸਮੀਖਿਆ ਦੌਰਾਨ 2 ਵਾਹਨਾਂ ਨੂੰ ਸਰਹੱਦ ਨੇੜੇ ਵੇਖਿਆ ਗਿਆ ਹੈ। ਇਸ ਹਾਦਸੇ ਸੰਬੰਧੀ ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਦੇ ਅਨੁਸਾਰ ਮੰਗਲਵਾਰ ਨੂੰ ਇੱਕ ਫੋਰਡ SUV ਜੋ ਕਿ 25 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਛੋਟੇ ਟਰੱਕ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ SUV ਚਾਲਕ ਸਮੇਤ 12 ਲੋਕਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਦੀ ਹਸਪਤਾਲ 'ਚ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸੈਨ ਡਿਏਗੋ ਤੋਂ 125 ਮੀਲ ਪੂਰਬ ਵੱਲ ਅਤੇ ਅਮਰੀਕਾ ਮੈਕਸੀਕੋ ਸਰਹੱਦ ਤੋਂ 10 ਮੀਲ ਦੀ ਦੂਰੀ ਤੇ ਇੰਪੀਰੀਅਲ ਕਾਉਂਟੀ ਦੇ ਹੋਲਟਵੀਲੇ ਨੇੜੇ ਹੋਇਆ ਸੀ। ਸਰਹੱਦੀ ਗਸ਼ਤ ਅਧਿਕਾਰੀਆਂ ਅਨੁਸਾਰ ਇਹਨਾਂ ਸਾਰੇ ਵਿਅਕਤੀਆਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦਾ ਸ਼ੱਕ ਹੈ। ਪਿਛਲੇ ਮਹੀਨੇ ਦੇ ਅਖੀਰ ਵਿੱਚ ਬਿਨਾਂ ਲਾਇਸੈਂਸ ਤੋਂ ਇੱਕ ਟਰੱਕ ਡਰਾਈਵਰ ਬਾਰਡਰ ਪੈਟਰੋਲਿੰਗ ਚੌਂਕੀ ਤੋਂ ਮੈਕਸੀਕੋ ਤੋਂ ਟੈਕਸਾਸ ਜਾ ਰਹੇ 41 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ਵਿੱਚ ਫੜਿਆ ਗਿਆ ਸੀ। ਮੈਕਸੀਕਨ ਮੂਲ ਦਾ ਨਾਗਰਿਕ ਜਿਸ ਦੀ ਉਮਰ 21 ਸਾਲ ਅਤੇ ਨਾਂ ਲਿਓਬਾਰਡੋ ਮੰਡੂਜ਼ਾਨੋ ਹੈ, ਜਦੋਂ ਉਹ ਹਿਊਸਟਨ ਜਾ ਰਿਹਾ ਸੀ ਤਾਂ ਉਸ ਸਥਿਤ ਇੱਕ ਚੌਂਕੀ ਤੋਂ ਲੰਘਿਆ ਸੀ। ਇਹ ਵਿਅਕਤੀ 22 ਫਰਵਰੀ ਨੂੰ ਹੈਬਰ ਬਰਬਿਲ ਦੇ ਪੱਛਮ ਵਿੱਚ ਟੈਕਸਾਸ 359 ਤੇ ਸਥਿਤ ਸੰਯੁਕਤ ਰਾਜ ਬਾਰਡਰ ਪੈਟਰੋਲ ਚੌਕ ਤੇ ਫੜਿਆ ਗਿਆ ਸੀ। ਏਜੰਟ ਮੁਤਾਬਕ ਆਪਣੇ ਟਰੈਕਟਰ ਦੇ ਟ੍ਰੇਲਰ ਦੀ ਰੂਟੀਨ ਜਾਂਚ ਕਰਨ ਦੇ ਮੁੰਡਜ਼ਾਨੋ ਨੇ ਖੁਲਾਸਾ ਕੀਤਾ ਕਿ ਉਸ ਕੋਲ ਵਪਾਰਕ ਡਰਾਈਵਰ ਦਾ ਲਾਇਸੈਂਸ ਨਹੀਂ ਸੀ ਅਤੇ ਛਾਣਬੀਨ ਦੌਰਾਨ ਉਹ ਜਵਾਬ ਸਹੀ ਨਹੀਂ ਸੀ ਦੇ ਰਿਹਾ ਅਤੇ ਪ੍ਰਸ਼ਾਸਨ ਦੇ ਉੱਤਰ ਦੇਣ ਵਾਲੇ ਉਹ ਘਬਰਾਹਟ ਦੇ ਨਾਲ ਕੰਬ ਰਿਹਾ ਸੀ। K9 ਨਾਂ ਦੀ ਪੁਲਿਸ ਨੇ ਫਿਰ ਟਰੈਕਟਰ ਦੇ ਟ੍ਰੇਲਰ ਦੇ ਅੰਦਰਲੇ ਸਮਗਲਿੰਗ ਦੀ ਸੰਭਾਵਤ ਮੌਜੂਦਗੀ ਬਾਰੇ ਚੇਤਾਵਨੀ ਦਿੱਤੀ ਅਤੇ ਮੰਡੂਜ਼ਾਨੋ ਨੂੰ ਸੈਕੰਡਰੀ ਜਾਂਚ ਵਿੱਚ ਭੇਜਿਆ ਗਿਆ, ਜਿੱਥੇ ਏਜੰਟਾਂ ਨੇ ਟ੍ਰੇਲਰ ਦੇ ਪਿਛਲੇ ਹਿੱਸੇ ਵਿੱਚ 41 ਲੋਕਾਂ ਨੂੰ ਮੌਕੇ ਤੇ ਫੜਿਆ ਹੈ। ਉਸ ਤੋਂ ਬਾਅਦ ਮੰਡੂਜ਼ਾਨੋ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਦਿੱਤੇ ਇੱਕ ਬਿਆਨ ਵਿੱਚ ਮੰਡੂਜ਼ਾਨੋ ਨੇ ਕਿਹਾ ਇੱਕ ਵਿਅਕਤੀ ਜਿਸ ਨੂੰ ਫਲਕੋ ਵਜੋਂ ਜਾਣਿਆ ਜਾਂਦਾ ਹੈ ਨੇ ਉਸ ਨੂੰ ਲਾਰੇਡੋ ਟੈਕਸਾਸ ਤੋਂ ਹਿਊਸਟਨ ਟੈਕਸਾਸ ਸੂਬੇ ਵਿੱਚ $1000 ਲਈ ਟਰੈਕਟਰ ਟ੍ਰੇਲਰ ਚਲਾਉਣ ਲਈ ਕਿਰਾਏ ਤੇ ਲਿਆ।
ਮੰਡੂ ਜਾਨੋ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਫੈਲੇਕੋ ਨੂੰ ਤਕਰੀਬਨ 6 ਸਾਲਾਂ ਤੋਂ ਜਾਣਦਾ ਸੀ, ਪਰ ਉਸਦੇ ਅਸਲ ਨਾਮ ਬਾਰੇ ਉਸਨੂੰ ਪਤਾ ਨਹੀਂ ਸੀ। ਮੰਡੂ ਜਾਨੋ ਨੇ ਕਿਹਾ ਕਿ ਫੈਲੇਕੋ ਨੇ ਉਸਨੂੰ ਸੈੱਲ ਫੋਨ ਦਿੱਤਾ ਸੀ ਅਤੇ ਹਿਊਸਟਨ ਪਹੁੰਚਣ ਤੋਂ ਬਾਅਦ ਉਸ ਨਾਲ ਸੰਪਰਕ ਕਰਨ ਲਈ ਵੀ ਨਿਰਦੇਸ਼ ਦਿੱਤਾ ਸੀ। ਜਦੋਂ ਉਹ ਟ੍ਰੇਲਰ ਉਤਾਰਨਾ ਹੈ, ਮੰਡੂ ਜਾਨੋ ਕਹਿੰਦਾ ਹੈ ਕਿ ਉਹ ਇਸ ਪ੍ਰਭਾਵਹੀਣ ਸੀ ਕਿ ਉਹ ਆਟੋ ਪਾਰਟਸ ਨੂੰ ਲਿਜਾ ਰਿਹਾ ਸੀ। ਪਿੰਡ ਫਰੋਰਰ ਦੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੈਨੇਡਾ 'ਚ ਟਰਾਂਸਪੋਰਟ ਦਾ ਕੰਮ ਕਰਦੇ ਮ੍ਰਿਤਕ ਹਰਜਿੰਦਰ ਸਿੰਘ ਬਾਂਸ ਪੁੱਤਰ ਸਵਰਗੀ ਗੁਰਚਰਨ ਸਿੰਘ ਬਾਂਸ ਅਤੇ ਚਚੇਰੇ ਭਰਾ ਅਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਚਚੇਰੇ ਭਰਾ ਹਰਜਿੰਦਰ ਸਿੰਘ ਉਮਰ 37 ਸਾਲ ਪਿਛਲੇ 15 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਕੈਨੇਡਾ ਵਿੱਚ ਟਰਾਂਸਪੋਰਟ ਦਾ ਕੰਮ ਕਰਦਾ ਸੀ। ਉਹਨਾਂ ਨੇ ਦੱਸਿਆ ਕਿ ਬੀਤੇ ਕੱਲ ਦਿਲ ਦਾ ਦੌਰਾ ਹਰਜਿੰਦਰ ਸਿੰਘ ਨੂੰ ਪਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਧਰ ਜਿਵੇਂ ਹੀ ਹਰਜਿੰਦਰ ਸਿੰਘ ਦੀ ਮੌਤ ਦੀ ਖਬਰ ਪਿੰਡ ਫਰੋਰ ਆਈ ਤਾਂ ਪਰਿਵਾਰ ਤੋਂ ਇਲਾਵਾ ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਟੈਨੈਸੀ ਵਿੱਚ ਅਧਿਕਾਰੀਆਂ ਨੇ ਲਾਪਤਾ ਹੋਏ 150 ਦੇ ਕਰੀਬ ਬੱਚਿਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਸੂਬੇ ਦੇ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਹੋਰਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਪੂਰੇ ਟੈਨੈਸੀ ਵਿੱਚ 150 ਲਾਪਤਾ ਬੱਚਿਆਂ ਦੀ ਬਰਾਮਦਗੀ ਹੋਈ ਹੈ। ਰਾਜ ਵਿੱਚ 240 ਲਾਪਤਾ ਬੱਚਿਆਂ ਦੀ ਪਛਾਣ ਕਰਨ ਤੋਂ ਬਾਅਦ ਆਪਰੇਸ਼ਨ ਵਲੰਟੀਅਰ ਸਟਰੋਂਗ ਦੀ 4 ਜਨਵਰੀ ਨੂੰ ਸ਼ੁਰੂਆਤ ਕੀਤੀ ਗਈ ਸੀ ਅਤੇ ਟੈਨੈਸੀ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰਿਲੀਜ਼ ਅਨੁਸਾਰ ਇਨ੍ਹਾਂ ਬਰਾਮਦ ਕੀਤੇ ਬੱਚਿਆਂ ਵਿੱਚੋਂ ਘੱਟੋ-ਘੱਟ 5 ਬੱਚੇ ਮਨੁੱਖੀ ਤਸਕਰੀ ਦੇ ਸੰਭਾਵਿਤ ਸ਼ਿਕਾਰ ਸਨ। ਇਸ ਤੋਂ ਇਲਾਵਾ ਇਸ ਮੁਹਿੰਮ ਦੀ ਜਾਂਚ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਬੱਚਿਆਂ ਦੀ ਬਰਾਮਦੀ ਦਾ ਇਹ ਆਪਰੇਸ਼ਨ TBIUS ਮਾਰਸ਼ਲ ਸਰਵਿਸ ਅਤੇ ਟੈਨੇਸੀ ਵਿਭਾਗ ਦੇ ਬੱਚਿਆਂ ਦੀਆਂ ਸੇਵਾਵਾਂ ਦੇ ਨਾਲ ਇੱਕ ਸਾਂਝਾ ਯਤਨ ਸੀ ਅਤੇ ਨੈਸ਼ਨਲ ਸੈਂਟਰ ਨੇ ਇਸ ਆਪਰੇਸ਼ਨ ਦੌਰਾਨ ਜਾਂਚ ਵਿੱਚ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਤੋਂ ਇਲਾਵਾ ਵਰਜੀਨੀਆ ਦੇ ਡਿਪਟੀ ਅਟਾਰਨੀ ਜਨਰਲ ਜ਼ੇਫਰੀ ਏ ਰੋਜ਼ਨ ਅਨੁਸਾਰ ਓਹੀਓ, ਜਾਰਜੀਆ, ਇੰਡੀਆਨਾ ਅਤੇ ਹੋਰ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਦਿਆਂ 2020 ਵਿੱਚ 440 ਤੋਂ ਵੱਧ ਬੱਚਿਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਇਸ ਦੇ ਨਾਲ ਹੀ ਅਕਤੂਬਰ ਵਿੱਚ ਓਹੀਓ ਭਰ ਵਿੱਚ ਆਪਰੇਸ਼ਨ ਅਟੂਮ ਹੋਪ ਦੌਰਾਨ 45 ਲਾਪਤਾ ਬੱਚਿਆਂ ਦੀ ਬਰਾਮਦਗੀ ਦਾ ਐਲਾਨ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 179 ਗ੍ਰਿਫਤਾਰੀਆਂ ਵੀ ਹੋਈਆਂ ਸਨ। ਵਾਈਟ ਹਾਊਸ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਪੱਛਮੀ ਇਰਾਕ ਵਿੱਚ ਇੱਕ ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰਾਕੇਟ ਹਮਲੇ ਦੇ ਜਵਾਬ ਵਿੱਚ ਫੌਜੀ ਕਾਰਵਾਈ ਤੇ ਵਿਚਾਰ ਕਰ ਸਕਦਾ ਹੈ। ਇਸ ਨਾਲ ਖੇਤਰ ਵਿੱਚ ਹਿੰਸਾ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਖਦਸ਼ਾ ਵੱਧ ਗਿਆ ਹੈ। ਜਿਸ ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ, ਉਸ ਵਿੱਚ ਅਮਰੀਕਾ ਦੇ ਅਗਵਾਈ ਵਾਲੇ ਗੱਠਜੋੜ ਦੇ ਫੌਜੀ ਮੁਲਾਜ਼ਮ ਸ਼ਾਮਲ ਸਨ। ਹਵਾਈ ਫੌਜ ਅੱਡੇ ਨੂੰ ਨਿਸ਼ਾਨਾ ਬਣਾ ਕੇ ਘੱਟੋ-ਘੱਟ 10 ਰਾਕੇਟ ਦਾਗੇ ਗਏ ਸਨ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਇੱਕ ਅਮਰੀਕੀ ਕੰਟਰੈਕਟਰ ਦੀ ਵੀ ਮੌਤ ਹੋ ਗਈ। ਇਰਾਕ ਸੀਰੀਆ ਸਰਹੱਦ ਤੇ ਇਰਾਕ ਨਾਲ ਸੰਬੰਧ ਮਿਲੀਸ਼ੀਆ ਨੂੰ ਨਿਸ਼ਾਨਾ ਬਣਾ ਕੇ ਪਿਛਲੇ ਹਫ਼ਤੇ ਕੀਤੀ ਗਈ ਅਮਰੀਕਾ ਦੀ ਬੰਬਾਰੀ ਤੋਂ ਬਾਅਦ ਇਹ ਪਹਿਲਾ ਹਮਲਾ ਹੈ। ਇਰਾਕ ਵਿੱਚ ਈਰਾਨ ਸਮਰਥਿਤ ਮਿਲੀਸ਼ੀਆ ਸੰਗਠਨਾਂ ਨੇ ਵੱਧਦੇ ਤਣਾਅ ਨਾਲ ਖੇਤਰ 'ਚ ਹੋਰ ਹਮਲੇ ਹੋਣ ਦਾ ਖਦਸ਼ਾ ਹੈ। ਇਸ ਨਾਲ ਈਰਾਨ ਨਾਲ 215 'ਚ ਹੋਏ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਨ ਦੇ ਸੰਬੰਧ ਵਿੱਚ ਬਾਈਡਨ ਪ੍ਰਸ਼ਾਸਨ ਦੀ ਇੱਛਾ ਅਤੇ ਏਸ਼ੀਆ ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਅਮਰੀਕਾ ਦੀ ਰਣਨੀਤੀ ਤੇ ਅਸਰ ਪਵੇਗਾ। ਹਮਲੇ ਦੇ ਬਾਰੇ 'ਚ ਪੁੱਛੇ ਜਾਣ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਸ ਤੇ ਧਿਆਨ ਦੇ ਰਹੇ ਹਾਂ। ਬਾਈਡਨ ਨੇ ਕਿਹਾ ਕਿ ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਇਸ ਹਮਲੇ ਲਈ ਕੌਣ ਜ਼ਿੰਮੇਵਾਰ ਹੈ ਤੇ ਇਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ। ਅਸੀਂ ਸਹੀ ਲੱਗਣ ਵਾਲੇ ਤਰੀਕੇ ਨਾਲ ਠੀਕ ਸਮੇਂ ਤੇ ਕਦਮ ਚੁੱਕਾਂਗੇ। ਯੂਟਾ ਵਿੱਚ ਪੰਜਾਬੀ ਸਟੋਰ ਮਾਲਕ ਨੂੰ ਐਤਵਾਰ ਰਾਤ ਨੂੰ ਕੰਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਪਰ ਗਰੋਸਰੀਜ਼ ਜੋ ਕਿ 675 ਨਾਰਥ ਮਾਂਦਰੇ ਬੋਲੀਵਾਰਡ ਤੇ ਸਥਿਤ ਹੈ ਤੇ ਐਤਵਾਰ ਰਾਤੀ 11:50 ਤੇ ਇੱਕ ਹਥਿਆਰਾ ਸਟੋਰ ਵਿੱਚ ਦਾਖਲ ਹੋਇਆ ਤੇ ਮਾਲਕ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ। ਪੁਲਿਸ ਨੇ ਕਿਹਾ ਕਿ ਸੰਖੇਪ ਗੱਲਬਾਤ ਤੋਂ ਬਾਅਦ ਸ਼ੱਕੀ ਵਿਅਕਤੀ ਨੇ ਕਥਿਤ ਤੌਰ ਤੇ 65 ਸਾਲਾ ਸਤਨਾਮ ਸਿੰਘ ਤੇ ਪਿਸਤੌਲ ਤਾਣ ਕੇ ਫਾਇਰ ਕਰ ਦਿੱਤਾ, ਜਿਸ ਕਾਰਨ ਸਟੋਰ ਮਾਲਕ ਸਤਨਾਮ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਸਥਾਨਕ ਵਸਨੀਕ ਐਡਮਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਗੀ ਸਤਨਾਮ ਸਿੰਘ ਇੱਕ ਐਸਾ ਕਮਿਊਨਿਟੀ ਦਾ ਪਿਲਰ ਸੀ ਜੋ ਹਰ ਵਕਤ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਸਟੋਰ ਸਰਵੇਲੈਂਸ ਕੈਮਰੇ ਵਿੱਚ ਸ਼ੱਕੀ ਵਿਅਕਤੀ ਨੂੰ ਆਖਰੀ ਵਾਰ ਨੀਲੇ ਸਰਜੀਕਲ ਮਾਸਕ, ਸਲੇਟੀ ਆਕਲੈਂਡ ਰੈਡਰਸ ਹੁੱਡੀ, ਕਾਲੇ ਦਸਤਾਨੇ, ਕਾਲੇ ਪਜਾਮੇ ਅਤੇ ਕਾਲੇ ਰੰਗ ਦੇ ਜੁੱਤੇ ਪਹਿਨੇ ਵੇਖੇ ਗਏ। ਕਤਲ ਕਰਨ ਮਗਰੋਂ ਉਹ ਸਟੋਰ ਦੀ ਪਾਰਕਿੰਗ ਦੇ ਉੱਤਰ ਪੱਛਮ ਵੱਲ ਭੱਜ ਗਿਆ। ਉਗਡੇਨ ਪੁਲਿਸ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਤਨਾਮ ਸਿੰਘ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਸਤਨਾਮ ਸਿੰਘ ਦੇ ਸਨਮਾਨ ਵਿੱਚ ਇੱਕ ਗਲੀ ਦਾ ਨਾਮ ਬਦਲਣ ਦੀ ਵੀ ਮੰਗ ਵਾਲੀ ਪਟੀਸ਼ਨ ਉੱਤੇ 1000 ਤੋਂ ਵੱਧ ਦਸਤਖਤ ਇਕੱਠੇ ਹੋਏ। ਇਸ ਮੌਕੇ ਲੋਕਲ ਵਸਨੀਕਾਂ ਦੇ ਅੱਖਾਂ ਵਿੱਚ ਅਥਰੂ ਸਨ ਅਤੇ ਲੋਕ ਕਹਿ ਰਹੇ ਸਨ ਕਿ ਸਿੰਘ ਸਾਡੀ ਕਮਿਊਨਿਟੀ ਦਾ ਥੰਮ ਅਤੇ ਨਿਰਸਵਾਰਥ ਵਿਅਕਤੀ ਸੀ, ਜਿਸ ਨੂੰ ਕਤਲ ਦੇ
ਜਿਸ ਨੂੰ ਕਾਤਲ ਨੇ ਦੁਖਦਾਈ ਢੰਗ ਨਾਲ ਉਸਦੇ ਪਰਿਵਾਰ ਅਤੇ ਦੋਸਤਾਂ ਤੋਂ ਖੋਹ ਲਿਆ। गोलीबारी की जांच जारी है। पुलिस ने अपील की है कि अगर कोई व्यक्ति इस घटना संबंधी कोई जानकारी रखता है तो कृपा करके ऑक्टेन सिटी पुलिस संपर्क करन। कोरोना महामारी कारण देश विच फसे गैर वसनीकी भारतीयों नूं केंद्री सीधे टैक्स बोर्ड ने दोहरा टैक्स लाउण तो मुक्त कर दिता है। कोरोना कारण लगभग 1 साल तो भारत विच रह रहे प्रवासी भारतीयों नूं दोहरा टैक्स नहीं देना पएगा, भाव उन्हां नूं भारत विच आमदन टैक्स नहीं देना पएगा। केंद्री सीधे टैक्स बोर्ड ने कहा कि निर्धारित अवधि तो बाहर भारत विच रह रहे प्रवासी भारतीयों नूं 31 मार्च 2021 तक कोई आमदन टैक्स नहीं देना पएगा। CBDT ਵੱਲੋਂ ਜਾਰੀ ਕੀਤੇ ਇੱਕ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2020 ਵਿੱਚ ਉਹ ਵਿਦੇਸ਼ ਤੋਂ ਭਾਰਤ ਆਏ ਸਨ ਅਤੇ ਕੋਵਿਡ-19 ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਅਤੇ ਯਾਤਰਾ ਪਾਬੰਦੀ ਕਾਰਨ ਵਾਪਸ ਨਹੀਂ ਜਾ ਸਕੇ। ਅਜਿਹੇ ਕਿਸੇ ਵਿਅਕਤੀ ਤੇ ਜੇਕਰ ਡਬਲ ਟੈਕਸੇਸ਼ਨ ਅਵੋਇਡੈਂਸ ਦੇ ਬਾਵਜੂਦ ਦੋਹਰਾ ਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ 31 ਮਾਰਚ ਤੱਕ ਇਲੈਕਟ੍ਰੋਨਿਕ ਤੌਰ ਤੇ ਆਮਦਨ ਕਰ ਦੇ ਪ੍ਰਮੁੱਖ ਚੀਫ ਕਮਿਸ਼ਨਰ ਨੂੰ ਸੂਚਿਤ ਕਰਨ ਅਤੇ ਆਪਣੀ ਸਥਿਤੀ ਸਪਸ਼ਟ ਕਰਨ। CBDT ने ਸਰਕੂਲਰ ਵਿੱਚ ਕਿਹਾ ਹੈ ਕਿ ਉਹ ਦੋਹਰੇ ਟੈਕਸ ਲਗਾਉਣ ਦੀਆਂ ਸੰਭਾਵਿਤ ਸ਼ਰਤਾਂ ਨੂੰ ਸਮਝਣ ਤੋਂ ਬਾਅਦ ਇਸ ਗੱਲ ਦੀ ਜਾਂਚ ਕਰੇਗਾ ਕਿ ਇਸ ਮਾਮਲੇ ਵਿੱਚ ਛੋਟ ਦੇਣ ਦੀ ਲੋੜ ਹੈ ਜਾਂ ਨਹੀਂ। ਜੇਕਰ ਜ਼ਰੂਰੀ ਹੋਇਆ ਤਾਂ ਅਜਿਹੇ ਪ੍ਰਵਾਸੀ ਭਾਰਤੀਆਂ ਨੂੰ ਲੋੜ ਪੈਣ ਤੇ ਟੈਕਸ ਤੋਂ ਛੋਟ ਦਿੱਤੀ ਜਾਏਗੀ। ਪਿਛਲੇ ਸਾਲ ਮਾਰਚ ਵਿੱਚ ਤਾਲਾਬੰਦੀ ਕਾਰਨ ਕਈ ਪ੍ਰਵਾਸੀ ਭਾਰਤੀ ਭਾਰਤ ਵਿੱਚ ਹੀ ਫਸ ਗਏ ਸਨ ਅਤੇ ਇਸ ਤੋਂ ਬਾਅਦ ਉਹ ਲਗਭਗ 1 ਸਾਲ ਆਪਣੇ ਕੰਮਕਾਜ ਵਾਲੇ ਦੇਸ਼ਾਂ ਵਿੱਚ ਨਹੀਂ ਜਾ ਸਕੇ। ਅਜਿਹੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ 2 ਦੇਸ਼ਾਂ ਵਿੱਚ ਆਮਦਨ ਟੈਕਸ ਦੇਣਾ ਪਏਗਾ। ਮੌਜੂਦਾ ਨਿਯਮ ਅਨੁਸਾਰ ਜੇ ਕੋਈ ਗੈਰ ਵਸਨੀਕ ਭਾਰਤੀ 182 ਜਾਂ ਇਸ ਤੋਂ ਵੱਧ ਦਿਨ ਭਾਰਤ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਆਪਣੀ ਗਲੋਬਲ ਆਮਦਨੀ ਉੱਤੇ ਭਾਰਤ ਵਿੱਚ ਟੈਕਸ ਦੇਣਾ ਪਏਗਾ। ਵਿੱਤ ਬਿੱਲ 2020 ਵਿੱਚ ਗੈਰ ਰਿਹਾਇਸ਼ੀ ਭਾਰਤੀਆਂ ਤੇ ਟੈਕਸ ਸੰਬੰਧੀ ਨਿਯਮ ਵਿੱਚ ਸੋਧ ਕੀਤੀ ਗਈ ਸੀ। ਹੁਣ 182 ਦਿਨਾਂ ਦਾ ਲਾਜ਼ਮਤਾ ਨੂੰ ਘਟਾ ਕੇ 120 ਦਿਨ ਕਰ ਦਿੱਤਾ ਗਿਆ ਹੈ। ਹੁਣ ਕੋਰੋਨਾ ਆਫਤ ਕਾਰਨ ਇਸ ਕਾਰਨ ਜੇ ਕੋਈ ਗੈਰ ਰਿਹਾਇਸ਼ੀ ਭਾਰਤੀ NRI ਵਿੱਤੀ ਸਾਲ 2020-21 ਵਿੱਚ 120 ਦਿਨਾਂ ਤੋਂ ਵੱਧ ਸਮੇਂ ਲਈ ਦੇਸ਼ ਵਿੱਚ ਰਹਿੰਦਾ ਹੈ ਤਾਂ ਉਸ ਦੀ ਭਾਰਤੀ ਟੈਕਸ ਯੋਗ ਆਮਦਨ 15 ਲੱਖ ਤੱਕ ਹੈ ਤਾਂ ਉਸ ਨੂੰ ਕੋਈ ਟੈਕਸ ਨਹੀਂ ਭਰਨਾ ਪਏਗਾ। 181 ਦਿਨਾਂ ਤੱਕ ਦੇ ਸਟੇ ਤੇ ਵੀ ਉਸ ਦਾ ਸਟੇਟਸ ਪ੍ਰਵਾਸੀ ਭਾਰਤੀ ਦਾ ਬਣਿਆ ਰਹੇਗਾ, ਪਰ ਜੇ ਉਸ ਦੀ ਕਮਾਈ 15 ਲੱਖ ਤੋਂ ਵੱਧ ਹੈ ਤਾਂ ਭਾਰਤ ਵਿੱਚ 120 ਦਿਨ ਦੇ ਠਹਿਰਨ ਤੋਂ ਬਾਅਦ ਉਸ ਦਾ ਸਟੇਟਸ ਭਾਰਤੀ ਨਿਵਾਸੀ ਬਣ ਜਾਵੇਗਾ ਤੇ ਉਸ ਤੋਂ ਟੈਕਸ ਵਸੂਲਿਆ ਜਾਵੇਗਾ। ਤੜਕੇ 2:28 ਤੇ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੇ ਬਹੁਤ ਸਾਰੇ ਹਿੱਸਿਆਂ ਤੇ ਦੱਖਣੀ ਟਾਪੂ ਦੇ ਕੁਝ ਹਿੱਸਿਆਂ 'ਚ 7.3 ਤੀਬਰਤਾ ਤੱਕ ਭੂਚਾਲ ਦਾ ਪਹਿਲਾ ਝਟਕਾ ਮਹਿਸੂਸ ਕੀਤਾ ਗਿਆ। ਦੂਜਾ ਝਟਕਾ 6.41 ਮਿੰਟ ਉੱਤੇ 7.4 ਤੱਕ ਮਹਿਸੂਸ ਕੀਤਾ ਗਿਆ। ਹੁਣ ਤੱਕ 52,000 ਲੋਕਾਂ ਨੂੰ ਅਜਿਹੇ ਝਟਕਿਆਂ ਸੰਬੰਧੀ ਜਾਣਕਾਰੀ ਦਿੱਤੀ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਟੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਜੋ ਬਾਅਦ ਵਿੱਚ ਉਠਾ ਲਈ ਗਈ। ਤੀਜਾ ਭੂਚਾਲ 8:28 ਮਿੰਟ ਉੱਤੇ ਆਇਆ ਜੋ ਕਿ 8.1 ਤੀਬਰਤਾ ਦਾ ਸੀ ਅਤੇ ਉਹ ਆਕਲੈਂਡ ਤੋਂ 1000 ਕਿਲੋਮੀਟਰ ਦੂਰ ਨੇੜਲੇ ਸਮੁੰਦਰੀ ਟਾਪੂ ਕਿਰਾਮੈਡੇਕ ਵਿਖੇ ਆਇਆ ਅਤੇ ਦੁਬਾਰਾ ਚੇਤਾਵਨੀ ਜਾਰੀ ਕੀਤੀ ਗਈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ 8.1 ਤੀਬਰਤਾ ਵਾਲਾ ਭੂਚਾਲ ਬਹੁਤ ਗੰਭੀਰ ਅਵਸਥਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਸਮੁੰਦਰੀ ਟਾਪੂਆਂ ਦੇ ਵਿੱਚ ਵੀ ਭੂਚਾਲ ਦੀਆਂ ਖਬਰਾਂ ਹਨ। ਟੀ ਸੁਨਾਮੀ ਦੀ ਚੇਤਾਵਨੀ ਉੱਤਰੀ ਟਾਪੂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਾਰੀ ਕੀਤੀ ਗਈ ਸੀ ਜੋ ਕਿ ਦੁਪਹਿਰ 1:17 ਤੇ ਚੁੱਕ ਲਈ ਗਈ। ਸਮੁੰਦਰ ਕੰਢੇ ਵਸੇ ਲੋਕਾਂ ਨੂੰ ਪਾਣੀ ਤੋਂ ਦੂਰ ਚਲੇ ਜਾਣ ਲਈ ਕਿਹਾ ਗਿਆ। ਬੇ ਆਫ ਆਇਲੈਂਡ, ਫੰਗਰਾਈ, ਮਟਾਟਾ ਤੋਂ ਟੋਲਾਗਾ ਬੇ, ਗ੍ਰੇਟ ਬੈਰੀਅਰ ਆਇਲੈਂਡ, ਵੈਸਟ ਕੋਸਟ, ਕੇਪ ਰਾਇੰਗ ਤੋਂ ਇਹੀ ਪਾਰਾਂ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਹਵਾਦਾਰ ਥਾਵਾਂ ਉੱਤੇ ਜਾਣ ਲਈ ਕਿਹਾ। ਐਂਕਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੌਲਾ ਜਿਸ ਨੂੰ ਕਬੱਡੀ ਦਾ ਜਹਾਜ਼ ਕਿਹਾ ਜਾਂਦਾ ਸੀ, ਜਿਸ ਨੇ ਪੰਜਾਬ ਸਮੇਤ ਦੇਸ਼ ਵਿਦੇਸ਼ ਵਿੱਚ ਕਬੱਡੀ ਦਾ ਨਾਂ ਪੂਰੀ ਦੁਨੀਆ 'ਚ ਚਮਕਾਇਆ ਸੀ, ਪਰ ਉਹਨਾਂ ਦੀ ਮੌਤ ਨਵੰਬਰ 2018 ਵਿੱਚ ਹੋ ਜਾਣ ਕਾਰਨ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਹੀ ਕਬੱਡੀ ਖੇਡ ਪ੍ਰੇਮੀਆਂ ਨੂੰ ਵੀ ਘਾਟਾ ਪਿਆ। ਪਹਿਲਵਾਨ ਕਪੂਰ ਸਿੰਘ ਪੋਤਰੇ ਅਤੇ ਪਹਿਲਵਾਨ ਕੁਲਵੰਤ ਸਿੰਘ ਦੇ ਸਪੁੱਤਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੋ ਕਿ ਪਹਿਲਾਂ ਪਹਿਲਵਾਨ ਬਣਨਾ ਚਾਹੁੰਦੇ ਸਨ ਪਰ ਬਾਅਦ ਵਿੱਚ ਕਬੱਡੀ ਵਿੱਚ ਧਰੂ ਤਾਰੇ ਵਾਂਗ ਅਜਿਹੇ ਚਮਕੇ ਕਿ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਉੱਤੇ ਕਈ ਸਾਲ ਰਾਜ ਕੀਤਾ। ਉਹਨਾਂ ਦੀ ਮੌਤ ਮੌਕੇ ਪੁੱਜੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਸੁਖਮਨ ਚੌਲਾ ਦੀ ਯਾਦ ਵਿੱਚ ਕਈ ਕੁਝ ਬਣਾਉਣ ਦੇ ਦਾਅਵੇ ਕੀਤੇ ਪਰ ਇੱਕ ਵੀ ਯਾਦਗਾਰ ਉਹਨਾਂ ਨੂੰ ਸਮਰਪਿਤ ਨਹੀਂ ਕੀਤੀ ਗਈ ਸੀ। ਅਖੀਰ ਖੁਦ ਪਰਿਵਾਰ ਨੇ ਉਪਰਾਲਾ ਕਰ ਚੌਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਬਾਹਰ ਬੁੱਤ ਸਥਾਪਿਤ ਕਰ ਦਿੱਤਾ ਤਾਂ ਜੋ ਸੁਖਮਨ ਚੌਲਾ ਖੇਡ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਬਣ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਮਨਾਂ ਵਿੱਚ ਵਸਿਆ ਰਹੇ। ਇਸ ਮੌਕੇ ਸੁਖਮਨ ਚੌਲਾ ਦੇ ਭਰਾ ਅਰਸ਼ ਚੌਲਾ ਜੋ ਕਿ ਖੁਦ ਕਬੱਡੀ ਖਿਡਾਰੀ ਹਨ ਨੇ ਕਿਹਾ ਪੰਜਾਬ ਸਰਕਾਰ ਅਜਿਹੇ ਖਿਡਾਰੀਆਂ ਲਈ ਯਾਦਗਾਰ ਸਥਾਪਿਤ ਕਰਦੀ ਤਾਂ ਪਰਿਵਾਰ ਨੇ ਜ਼ਿਆਦਾ ਮਾਣ ਹੋਣਾ ਸੀ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਸੂਬਿਆਂ ਵਾਂਗ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯੋਗ ਨੌਕਰੀਆਂ ਦੇਵੇ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜ ਸਕਣ। ਇਸ ਮੌਕੇ ਸੁਖਮਨ ਚੌਲਾ ਦੇ ਪਿਤਾ ਨੇ ਆਪਣੇ ਹੋਣਹਾਰ ਲੜਕੇ ਫਖਰ ਕਰਦਿਆਂ ਕਿਹਾ ਕਿ ਅੱਜ ਵੀ ਉਹਨਾਂ ਨੂੰ ਵੱਖ-ਵੱਖ ਖੇਡ ਮੇਲਿਆਂ ਤੇ ਸੁਖਮਨ ਚੌਲਾ ਦੇ ਮਾਤਾ-ਪਿਤਾ ਹੋਣ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਉਸ ਦੇ ਨਾਂ ਦੇ ਕਬੱਡੀ ਅਤੇ ਖੇਡ ਮੇਲੇ ਹੁੰਦੇ ਨੇ, ਜਿਸ ਕਰਕੇ ਉਸ ਦਾ ਨਾਂ ਅੱਜ ਵੀ ਖਿਡਾਰੀਆਂ ਅਤੇ ਆਮ ਲੋਕਾਂ ਵਿੱਚ ਉਸੇ ਤਰ੍ਹਾਂ ਚਮਕਦਾ ਅਤੇ ਚਮਕਦਾ ਰਹੇਗਾ। ਬ੍ਰਿਟੇਨ ਕੋਵਿਡ-19 ਨਿਊ ਸਟ੍ਰੇਨ ਵਿੱਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਰੂਪ ਪਹਿਲਾਂ ਦੇ ਵਾਇਰਸ ਨਾਲੋਂ ਵਧੇਰੇ ਛੂਤਕਾਰੀ ਹੈ ਅਤੇ ਇਸ ਦੇ ਕਾਰਨ ਇਸ ਦੇ ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਦੀ ਉਮੀਦ ਹੈ। ਇਹ ਇੱਕ ਨਵੇਂ ਅਧਿਐਨ ਵਿੱਚ ਦੱਸਿਆ ਗਿਆ ਹੈ। ਖੋਜ ਰਸਾਲੇ ਸਾਇੰਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ 2021 ਵਿੱਚ ਇੰਗਲੈਂਡ ਵਿੱਚ 2021 ਵਿੱਚ ਕੋਵਿਡ-19 ਕਾਰਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਮੌਤਾਂ ਦੀ ਸੰਖਿਆ 2021 ਵਿੱਚ 2020 ਦੇ ਮੁਕਾਬਲੇ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਅਤੇ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਵਰਗੇ ਸਖਤ ਕਦਮਾਂ ਨੂੰ ਉਤਸ਼ਾਹਿਤ ਕੀਤੇ ਬਿਨਾਂ ਹੋਵੇਗੀ। ਖੋਜਕਰਤਾਵਾਂ ਨੇ ਕਿਹਾ ਕਿ 15 ਫਰਵਰੀ ਨੂੰ ਯੂਕੇ ਵਿੱਚ ਮੁੜ ਡਿਜ਼ਾਈਨ ਕਰਨ ਦੇ 95% ਮਾਮਲੇ ਸਾਹਮਣੇ ਆਏ ਅਤੇ ਹੁਣ ਇਸ ਦੇ ਭਾਰਤ ਸਮੇਤ ਘੱਟੋ-ਘੱਟ 82 ਦੇਸ਼ਾਂ ਵਿੱਚ ਫੈਲਣ ਦੀ ਪੁਸ਼ਟੀ ਹੋ ਗਈ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।